ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਆ ਜਿਸ ਚਿੱਠੀ ਦੇ ਵਿੱਚ ਬਾਰਡਰ ਬੈਲਟ ਦੀਆਂ ਜ਼ਮੀਨਾਂ ਨੂੰ ਚੁਗੱਤੇ ਠੇਕੇ ਤੇ ਦਿੱਤਾ ਜਾਏਗਾ। ਪੰਜਾਬ ਪੂਰੇ ਦੇ ਵਿੱਚ ਇਸ ਚਿੱਠੀ ਨੇ ਹਬੜਾ ਤਬੜੀ ਮਚਾਈ ਹੋਈ ਹੈ। 4 ਜ਼ਿਲ੍ਹਿਆਂ ਦੇ ਨਾਮ ਸੀ ਔਰ ਇਹ ਜ਼ਮੀਨ ਘੱਟੋ ਘੱਟ 8-7 ਮੈਨੂੰ ਲੱਗਦੀ 9 ਜ਼ਿਲ੍ਹਿਆਂ ਤੱਕ ਹੈ ਜ਼ਮੀਨ। ਜਦੋਂ ਸਾਨੂੰ ਸਰਕਾਰ ਦਾ ਦੇਸ਼ ਦਾ ਢਿੱਡ ਭਰਨਾ ਸੀ ਉਦੋਂ ਸਾਨੂੰ ਕਿਹਾ ਵਾਅਦ ਕਰੋ, ਅਸੀਂ ਵਾਅਦ ਕੀਤੀ, ਸਾਡੇ ਨਾਲ ਗਰਦੌਰੀਆਂ ਹੈ, ਸਭ ਕੁਝ ਹੈ। ਸਰਕਾਰ ਫਿਰ ਇਹਨੂੰ ਕਿੱਦਾਂ ਚੁਕੱਤੇ ਤੇ ਦੇ ਸਕਦੀ ਹੈ। 9 ਤਰੀਕ ਦਾ ਇੱਕ ਅਲਟੀਮੇਟਮ ਦਿੱਤਾ ਸੀ ਕਿਸਾਨਾਂ ਨੇ ਕਿ ਅਸੀਂ ਧਰਨਾ ਪ੍ਰਦਰਸ਼ਨ ਕਰ ਸਕਦੇ ਹਾਂ ਕਿਸੇ ਵੀ ਜਗ੍ਹਾ ਤੇ। ਉਹਦੇ ਵਿੱਚ ਕਿਸੇ ਐਮਐਲਏ ਦਾ ਘਰ ਵੀ ਹੋ ਸਕਦਾ, ਕਿਸੇ ਐਮਐਲਏ ਦਾ ਦਫ਼ਤਰ ਵੀ ਹੋ ਸਕਦਾ। ਇਹਦੇ ਵਿੱਚ ਕਈ ਲੀਡਰ ਇਨਵੋਲਵ ਸੀ, ਆਪਦੀ ਉੱਥੇ ਧੌਂਸ ਜਮਾ ਕੇ ਪੈਲੀ ਤੇ ਕਬਜ਼ਾ ਕਰਨਾ ਚਾਹੁੰਦੇ ਆ। ਇਹ ਧੱਕੇ ਨਾਲ ਇੱਕ ਕਿਸਾਨ ਨੂੰ ਮਾਰੂ ਨੀਤੀ ਵਾਅਦ ਕਰ ਕਿਸਾਨ ਨੂੰ ਕੱਢ ਕੇ ਆਪ ਫਿੱਟ ਹੋਣ ਦੀ ਜਿਹੜੀ ਗੇਮ ਸੀ ਕਿਸੇ ਨੂੰ ਘੜੀ ਜਾ ਰਹੀ ਸੀ। ਜੇ ਅਗਲੇ ਹੁਕਮ ਪ੍ਰਸ਼ਾਸਨ ਨੂੰ ਆਉਂਦੇ ਆ ਕਿ ਤੁਸੀਂ ਬੋਲੀ ਕਰੋ, ਚੁਗੱਤੇ ਠੇਕੇ ਤੇ ਦਿਓ ਜ਼ਮੀਨ ਨੂੰ, ਤਾਂ ਫਿਰ ਕੀ ਆ, ਉਹਦੀ ਬੋਲੀ ਹੋਏਗੀ, ਫਿਰ ਉਹ ਜ਼ਮੀਨ ਤਾਂ ਠੇਕੇ ਤੇ ਦਿੱਤੀ ਜਾਏਗੀ ਕਿਉਂਕਿ ਸਰਕਾਰ ਦੀ ਜ਼ਮੀਨ ਆ, ਸਰਕਾਰ ਕਹਿ ਰਹੀ। ਕਦੇ ਵੀ ਕਿਸਾਨ ਧਰਨਾ ਨਹੀਂ ਲਾਉਂਦਾ ਹੁੰਦਾ, ਸਰਕਾਰਾਂ ਲਵਾਉਂਦੀਆਂ। ਜੇ ਪ੍ਰਸ਼ਾਸਨ ਨੂੰ ਐ ਲੱਗੂਗਾ ਧਰਨਾ ਲਵਾਉਣਾ ਤੇ ਉਹਨੂੰ ਚੁਕੱਤੇ ਦੀ ਫਿਰ ਡੇਟ ਰੱਖ ਦੇਣ, ਫਿਰ ਧਰਨਾ ਲੱਗ ਜਾਊਗਾ, ਫਿਰ ਜਿਹੜਾ ਅਸੀਂ ਆਵਾਂਗੇ। ਜੇ ਸਰਕਾਰ ਨੂੰ ਐਂ ਲੱਗੇਗਾ ਕਿ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ, ਕਿਸਾਨਾਂ ਦੇ ਹੱਕ ਬਣਦੇ ਇਹਨਾਂ ਨੂੰ ਦੇ ਦੇਣੇ ਚਾਹੀਦੇ ਆ, ਤੇ ਅਸੀਂ ਯਾਰ ਕਿਉਂ ਧਰਨਾ ਲਾਵਾਂਗੇ। ਤੁਸੀਂ ਸਟਾਰਟਿੰਗ ਦੀ ਜ਼ਿਕਰ ਕੀਤਾ ਕਿ ਕੁਝ ਕੁ ਲੀਡਰਾਂ ਦੇ ਕਾਰਨ ਜਿਹੜਾ ਕੀ ਆ ਇਹ ਚਿੱਠੀ ਜਾਰੀ ਹੋਈ ਆ ਵੀ ਉਹਨਾਂ ਵੱਲੋਂ ਸ਼ਾਇਦ ਕਰਵਾਈ ਗਈ ਹੋਵੇ, ਇਹ ਗੱਲ ਤੁਸੀਂ ਕਹੀ ਆ। ਕੀ ਲੱਗਦਾ ਉਹ ਕਿਹੜੇ ਲੀਡਰ ਹੋ ਸਕਦੇ ਆ ਫਿਰੋਜ਼ਪੁਰ ਦੇ? ਕੀ ਉਹਨਾਂ ਦਾ ਨਾਮ ਤੁਸੀਂ ਕੈਮਰੇ ਤੇ ਦੱਸੋਗੇ ਜਾਂ ਫਿਰ ਉਹ ਤੁਸੀਂ ਹਜੇ ਉਸ ਚੀਜ਼ ਨੂੰ ਨਹੀਂ ਦੱਸਣਾ ਚਾਹੁੰਦੇ? ਦੇਖੋ ਜੀ, ਇਹ ਅਸੀਂ ਤਾਂ ਉਸ ਲੀਡਰ ਦਾ ਘਰ ਵੀ ਚੁਣ ਲਿਆ ਸੀ। ਉਹ ਲੀਡਰ ਦੇ ਘਰ ਦੇ ਬਾਹਰ ਅਸੀਂ ਮਰਨ ਵਰਤ ਜਾਰੀ ਰੱਖਦੇ। ਕਾਫੀ ਵੱਡੇ ਸਾਰੇ ਸਬੂਤ ਨੇ ਜਿੱਥੋਂ ਸਰਕਾਰ ਨਹੀਂ ਭੱਜ ਸਕਦੀ, ਉਹਦਾ ਖਹਿੜਾ ਨਹੀਂ ਛੁੱਟ ਸਕਦਾ। ਉਹਨੂੰ ਸ਼ਾਇਦ ਸਰਕਾਰੀ ਰੋਟੀਆਂ ਦਾ ਇੰਤਜ਼ਾਮ ਕਰਨਾ ਪਏਗਾ। ਸਰਕਾਰ ਨੇ ਸਾਨੂੰ ਮੀਟਿੰਗ ਦੇ ਦਿੱਤੀ, ਉਹਨਾਂ ਕਿਹਾ ਵੀ ਤੁਸੀਂ ਰੁਕ ਜਾਓ, ਜੋ ਇਹਦੇ ਬਰਖਲਾਫ ਸਬੂਤ ਹੈਗੇ ਆ ਸਾਨੂੰ ਦਿਓ, ਅਸੀਂ ਇਹਦੇ ਬਰਖਲਾਫ ਕਾਰਵਾਈ ਕਰਦੇ ਹਾਂ। ਅਸੀਂ ਦੇਖਦੇ ਹਾਂ ਸਰਕਾਰ ਨਹੀਂ ਕਰਦੀ ਤੇ ਫਿਰ ਕਰ ਲਾਂਗੇ, ਫਿਰ ਅਸੀਂ ਇੱਥੇ ਹੀ ਆ ਤੇ ਉਹ ਵੀ ਇੱਥੇ ਹੀ ਰਹਿਣਾ, ਉਹਨੇ ਕਿਹੜੇ ਭੱਜਣਾ। ਸਰਕਾਰ ਲਾਉਂਦੀ ਹੈ ਧਰਨਾ, ਕਿਸਾਨ ਕਦੇ ਆਪਣੇ ਆਪ ਧਰਨਾ ਨਹੀਂ ਲਾਉਂਦਾ। ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਆ ਜਿਸ ਚਿੱਠੀ ਦੇ ਵਿੱਚ ਬਾਰਡਰ ਬੈਲਟ ਦੀਆਂ ਜ਼ਮੀਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਚੁਗੱਤੇ ਠੇਕੇ ਤੇ ਦਿੱਤਾ ਜਾਏਗਾ। ਉਹਨਾਂ ਦੀ ਬੋਲੀ ਦੀ ਡੇਟ ਵੀ ਰੱਖ ਦਿੱਤੀ ਜਾਂਦੀ ਆ ਔਰ ਉਸ ਦੇ ਨਾਲ ਹੋਰ ਵੀ ਜ਼ਮੀਨਾਂ ਪੰਜਾਬ ਦੇ 3-4 ਜ਼ਿਲ੍ਹਿਆਂ ਦਾ ਜ਼ਿਕਰ ਆਉਂਦਾ ਹੈ। ਪਰ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਆ ਕਿ ਇਹ ਜ਼ਮੀਨਾਂ ਸਾਡੀਆਂ ਨੇ, ਅਸੀਂ ਇਹਨਾਂ ਨੂੰ ਆਬਾਦ ਕੀਤਾ ਹੈ ਔਰ ਇਹ ਗੱਲ ਵੀ ਕਹਿ ਦਿੱਤੀ ਜਾਂਦੀ ਆ ਕਿ ਅਸੀਂ ਇਹਨਾਂ ਜ਼ਮੀਨਾਂ ਦੀ ਬੋਲੀ ਨਹੀਂ ਹੋਣ ਦਿਆਂਗੇ, ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਇਨਸਾਫ ਦੇ ਲਈ। ਪਰ ਗੱਲ ਕਰੀਏ ਤਾਂ 9 ਤਰੀਕ ਦਾ ਇੱਕ ਅਲਟੀਮੇਟਮ ਦਿੱਤਾ ਸੀ ਕਿਸਾਨਾਂ ਨੇ ਕਿ ਅਸੀਂ ਧਰਨਾ ਪ੍ਰਦਰਸ਼ਨ ਕਰ ਸਕਦੇ ਹਾਂ ਫਿਰੋਜ਼ਪੁਰ ਦੀ ਕਿਸੇ ਵੀ ਜਗ੍ਹਾ ਤੇ। ਉਹਦੇ ਵਿੱਚ ਕਿਸੇ ਐਮਐਲਏ ਦਾ ਘਰ ਵੀ ਹੋ ਸਕਦਾ, ਕਿਸੇ ਐਮਐਲਏ ਦਾ ਦਫ਼ਤਰ ਵੀ ਹੋ ਸਕਦਾ, ਡੀਸੀ ਦਫ਼ਤਰ ਵੀ ਹੋ ਸਕਦਾ, ਹੋਰ ਵੀ ਜਗ੍ਹਾਵਾਂ ਹੋ ਸਕਦੀਆਂ, ਇਸ ਤਰ੍ਹਾਂ ਦੀ ਗੱਲ ਕਹੀ ਸੀ। ਪਰ ਅੱਜ ਦੀ ਗੱਲ ਕਰੀਏ ਤਾਂ 10 ਤਰੀਕ ਦਾ ਦਿਨ ਜਿਸ ਦਿਨ ਉਹ ਬੋਲੀ ਦੀ ਡੇਟ ਰੱਖੀ ਗਈ ਸੀ, ਇਸੇ 10 ਦੀ ਗੱਲ ਕਰ ਰਹੇ 10/7/2023। ਲੇਕਿਨ ਅੱਜ ਸਾਡੇ ਕੋਲੇ ਉਹ ਕਿਸਾਨ ਜਥੇਬੰਦੀ ਮੌਜੂਦ ਆ ਜਿਸ ਜਥੇਬੰਦੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਵਿਰੋਧ ਕਰਾਂਗੇ, ਸੰਘਰਸ਼ ਕਰਾਂਗੇ ਅਗਰ ਉਹ ਆਬਾਦਕਾਰਾਂ ਦੇ ਕੋਲੋਂ ਜ਼ਮੀਨਾਂ ਛਡਾਉਣ ਦੀ ਗੱਲ ਸਰਕਾਰ ਜਾਂ ਪ੍ਰਸ਼ਾਸਨ ਕਰਦਾ ਹੈ। ਤਾਂ ਇਹਨਾਂ ਨੂੰ ਜਾਣਕਾਰੀ ਲੈ ਲੈਂਦੇ ਹਾਂ ਕਿ ਜਿਹੜੀ 9 ਤਰੀਕ ਦਾ ਧਰਨਾ ਪ੍ਰਦਰਸ਼ਨ ਕਰਨਾ ਸੀ ਕਿ ਉਹ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਜਾਂ ਫਿਰ 10 ਤਰੀਕ ਦੀ ਜਿਹੜੀ ਬੋਲੀ ਸੀ ਕਿ ਉਹ ਬੋਲੀ ਹੋਏਗੀ। ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਜਿਹੜੀ 9 ਤਰੀਕ ਦਾ ਧਰਨੇ ਦਾ ਤੁਸੀਂ ਇੱਕ ਅਲਟੀਮੇਟਮ ਦਿੱਤਾ ਸੀ ਕੁਝ ਦਿਨ ਪਹਿਲਾਂ ਕਿ ਕਿਸੇ ਵੀ ਜਗ੍ਹਾ ਤੇ ਇੱਕ ਧਰਨਾ ਪ੍ਰਦਰਸ਼ਨ ਸਾਡੇ ਵੱਲੋਂ ਕੀਤਾ ਜਾ ਸਕਦਾ, ਕਿ ਉਹ ਧਰਨਾ ਲਾ ਰਹੇ ਹੋ 9 ਤਰੀਕ ਨੂੰ ਜਾਂ ਫਿਰ ਨਹੀਂ ਲਾ ਰਹੇ? ਪੋਸਟਪੋਨ ਕਰ ਦਿੱਤਾ, ਅੱਗੇ ਪਾਤਾ ਧਰਨਾ। ਕੀ ਕਾਰਨ ਉਹਨੂੰ ਅੱਗੇ ਪਾਇਆ? ਕੋਈ ਗੱਲਬਾਤ ਹੋਈ ਆ ਪ੍ਰਸ਼ਾਸਨ ਨਾਲ ਕੋਈ? ਦੇਖੋ ਜੀ, ਇਹ ਗੱਲ ਸੀ ਕਿ ਪ੍ਰਸ਼ਾਸਨ ਨੇ 10 ਤਰੀਕ ਨੂੰ ਮਮਦੋਟ ਵਿਖੇ ਬੋਲੀ ਰੱਖੀ ਸੀ, ਅਸੀਂ 9 ਤਰੀਕ ਨੂੰ ਧਰਨੇ ਤੇ ਬੈਠਣਾ ਸੀ। ਪ੍ਰਸ਼ਾਸਨ ਨੇ ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਹੈ ਕਿ ਬੋਲੀ ਜਿਹੜੀ ਮੁਲਤਵੀ ਕਰ ਦਿੱਤੀ ਗਈ ਹੈ, ਬੋਲੀ ਜਿਹੜੀ ਨਹੀਂ ਹੋਏਗੀ। ਹਾਂ, ਉਸ ਕਰਕੇ ਅਸੀਂ ਜਿਹੜਾ ਆਪਣਾ ਵੀ ਧਰਨਾ ਜਿਹੜਾ ਪੋਸਟਪੋਨ ਕਰ ਦਿੱਤਾ। ਅੱਛਾ, ਇਹ ਜਿਹੜੀ ਜ਼ਮੀਨ ਸੀਗੀ ਤੁਹਾਡੀ, ਜਿਸ ਦੀ ਬੋਲੀ ਸੀ, ਜਿਹੜੀ ਤੁਸੀਂ ਕਹਿ ਰਹੇ ਹੋ, ਦਾਅਵਾ ਕਰ ਰਹੇ ਹੋ ਕਿ ਤੁਹਾਡੀ ਜ਼ਮੀਨ ਆ, ਸਰਕਾਰ ਇਹ ਕਹਿ ਰਹੀ ਕਿ ਸਾਡੀ ਜ਼ਮੀਨ ਆ, ਉਹਦੀ ਜਿਹੜੀ ਬੋਲੀ ਸੀ ਉਹ ਬੋਲੀ ਦੇ ਵਿੱਚ ਕੀ ਸੀ, ਕੀ ਹੋਣਾ ਸੀਗਾ? ਕਿ ਉਹ ਆਬਾਦਕਾਰ ਕੌਣ ਨੇ ਜਾਂ ਉਹ ਜਿਹੜੀ ਜ਼ਮੀਨ ਆ ਉਹ ਕਿਹਨੂੰ ਦੇਣੀ ਸੀ ਜਾਂ ਕੀ ਕਨਸੈਪਟ ਸੀ ਉਹਦਾ, ਉਹ ਥੋੜ੍ਹਾ ਜਿਹਾ ਬਰੀਫ ਕਰ ਦਿਓ। ਦੇਖੋ ਜੀ, ਇਹਦੇ ਵਿੱਚ ਕਈ ਲੀਡਰ ਸਾਹਿਬਾਨ ਇਨਵੋਲਵ ਸੀ, ਆਪਦੀ ਉੱਥੇ ਧੌਂਸ ਜਮਾ ਕੇ ਪੈਲੀ ਤੇ ਕਬਜ਼ਾ ਕਰਨਾ ਚਾਹੁੰਦੇ ਆ। ਇਹ ਸੈਂਟਰ ਗੌਰਨਮੈਂਟ ਦੀ ਜ਼ਮੀਨ ਆ, ਆਲਰੇਡੀ ਐਕਟ ਆ ਸੈਂਟਰ ਗੌਰਨਮੈਂਟ ਦਾ 1976 ਦਾ, ਔਰ 4-5 ਪਾਲਿਸੀਆਂ ਦੇ ਵਿੱਚ ਕਿਸਾਨਾਂ ਨੂੰ ਮਾਲਕੀ ਜ਼ਮੀਨ ਦੇ ਹੱਕ ਵੀ ਮਿਲੇ ਆ ਔਰ ਪੰਜਾਬ ਇਹਨੂੰ ਚੁਕੱਤੇ ਤੇ ਨਹੀਂ ਦੇ ਸਕਦਾ। ਠੀਕ ਹੈ ਜੀ, ਪਾਲਿਸੀ ਦੇ ਕੇ ਇਹਨੂੰ ਪੱਕੀ ਕਰ ਸਕਦਾ ਸੈਂਟਰ ਵੱਲੋਂ। ਇਹ ਧੱਕੇ ਨਾਲ ਇੱਕ ਕਿਸਾਨ ਨੂੰ ਮਾਰੂ ਨੀਤੀ ਵਾਅਦ ਕਰ ਕਿਸਾਨ ਨੂੰ ਕੱਢ ਕੇ ਆਪ ਫਿੱਟ ਹੋਣ ਦੀ ਜਿਹੜੀ ਗੇਮ ਸੀ ਕਿਸੇ ਨੂੰ ਘੜੀ ਜਾ ਰਹੀ ਸੀ। ਇਸ ਕਰਕੇ ਜਿਹੜਾ ਅਸੀਂ ਇਹ ਧਰਨਾ ਲਿਖਿਆ ਸੀ
ਤੇ ਇਹਨੂੰ ਜਿਹੜਾ ਪੋਸਟਪੋਨ ਕਰਤਾ ਤੇ ਅਸੀਂ ਵੀ ਆਪਦਾ ਜਿਹੜਾ ਧਰਨਾ ਪੋਸਟਪੋਨ ਕੀਤਾ। ਅੱਛਾ, ਇਹ ਜਿਹੜਾ ਪੋਸਟਪੋਨ ਕੀਤਾ ਗਿਆ ਤਾਂ ਜਿਵੇਂ ਤੁਸੀਂ ਦੱਸਿਆ ਆਫ ਕੈਮਰਾ ਕਿ ਅਗਲੇ ਹੁਕਮਾਂ ਤੱਕ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਸ ਬੋਲੀ ਨੂੰ ਪੋਸਟਪੋਨ ਕੀਤਾ, ਪਰ ਜੇ ਅਗਲੇ ਹੁਕਮ ਪ੍ਰਸ਼ਾਸਨ ਨੂੰ ਆਉਂਦੇ ਆ ਕਿ ਤੁਸੀਂ ਬੋਲੀ ਕਰੋ, ਚੁਗੱਤੇ ਠੇਕੇ ਤੇ ਦਿਓ ਜ਼ਮੀਨ ਨੂੰ, ਤਾਂ ਫਿਰ ਕੀ ਆ ਉਹਦੀ ਬੋਲੀ ਹੋਏਗੀ, ਫਿਰ ਉਹ ਜ਼ਮੀਨ ਤਾਂ ਠੇਕੇ ਤੇ ਦਿੱਤੀ ਜਾਏਗੀ ਕਿਉਂਕਿ ਸਰਕਾਰ ਦੀ ਜ਼ਮੀਨ ਆ, ਸਰਕਾਰ ਕਹਿ ਰਹੀ ਹੈ। ਦੇਖੋ ਜੀ, ਪੰਜਾਬ ਪੂਰੇ ਦੇ ਵਿੱਚ ਇਸ ਚਿੱਠੀ ਨੇ ਹਫੜਾ ਤਫੜੀ ਮਚਾਈ ਹੋਈ ਹੈ। 4 ਜ਼ਿਲ੍ਹਿਆਂ ਦੇ ਨਾਮ ਸੀ ਔਰ ਇਹ ਜ਼ਮੀਨ ਘੱਟੋ ਘੱਟ 8-7 ਮੈਨੂੰ ਲੱਗਦੀ 9 ਜ਼ਿਲ੍ਹਿਆਂ ਤੱਕ ਹੈ ਜ਼ਮੀਨ। ਉਹ 9 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੂਰੇ ਕਿਸਾਨ ਤਿਆਰੀ ਕਰਕੇ ਬੈਠੇ ਸੀ, ਸ਼ੁਰੂਆਤ ਇਹਨਾਂ ਫਿਰੋਜ਼ਪੁਰ ਤੋਂ ਕੀਤੀ। ਅਸੀਂ ਉੱਠ ਪਏ। ਉੱਠਣ ਤੋਂ ਬਾਅਦ ਅਸੀਂ ਥੋੜਾ ਕਿਸੇ ਵਾਅਦ ਕਰਨ ਨੂੰ ਯਾਦ ਦੇਵਾਂਗੇ। ਜਦੋਂ ਸਾਨੂੰ ਸਰਕਾਰ ਦਾ ਦੇਸ਼ ਦਾ ਢਿੱਡ ਭਰਨਾ ਸੀ, ਉਦੋਂ ਸਾਨੂੰ ਕਿਹਾ ਵਾਅਦ ਕਰੋ। ਅਸੀਂ ਵਾਅਦ ਕੀਤੀ, ਸਾਡੇ ਨਾਲ ਗਰਦੌਰੀਆਂ ਹੈ, ਸਭ ਕੁਝ ਹੈ। ਸਰਕਾਰ ਫਿਰ ਇਹਨੂੰ ਕਿੱਦਾਂ ਚਕੱਤੇ ਤੇ ਦੇ ਸਕਦੀ ਹੈ? ਹਾਂ, ਸਾਨੂੰ ਪਾਲਿਸੀ ਦੇਵੇ, ਅਸੀਂ ਲੈਣ ਨੂੰ ਤਿਆਰ ਹਾਂ। ਕਿਤੇ ਵੀ ਜਿਹੜਾ ਦੁਬਾਰਾ ਜੇ ਆਵੇਗੀ ਵੀ ਅਸੀਂ ਇਹਨੂੰ ਠੇਕੇ ਚਕੱਤੇ ਤੇ ਦੇਣਾ, ਤੇ ਫਿਰ ਅਸੀਂ ਵੀ ਇੱਥੇ, ਅਸੀਂ ਵੀ, ਸਾਡੀ ਵੀ ਤਿਆਰੀ ਹੈ, ਅਸੀਂ ਵੀ ਉਹਦੇ ਨਾਲ ਹੀ ਆ ਜਾਾਂਗੇ। ਅਸੀਂ ਥੋੜਾ ਕਿਤੇ ਚਲੇ ਜਾਣਾ। ਅੱਛਾ, ਜਿਹੜਾ ਤੁਸੀਂ ਧਰਨੇ ਦਾ ਇੱਕ ਕਿਹਾ ਸੀਗਾ ਕਿ 9 ਤਰੀਕ ਨੂੰ ਜਿਹੜਾ ਧਰਨਾ ਦਿੱਤਾ ਜਾਊਗਾ ਡੀਸੀ ਦਫ਼ਤਰ ਜਾਂ ਕਿਸੇ ਐਮਐਲਏ ਦੇ ਘਰ ਜਾਂ ਕਿਸੇ ਦੇ ਦਫ਼ਤਰ, ਇਸ ਤਰ੍ਹਾਂ ਦੀ ਤੁਸੀਂ ਗੱਲ ਕਹੀ ਸੀ ਉਸ ਦਿਨ, ਕੀ ਲੱਗਦਾ ਕਿ ਉਹ ਜਿਹੜਾ ਹੁਣ ਧਰਨਾ ਤੁਸੀਂ ਪੋਸਟਪੋਨ ਕਰਤਾ, ਕਿ ਉਹ ਧਰਨਾ ਦੁਬਾਰਾ ਫਿਰ ਉਸ ਦੀ ਨੌਬਤ ਆ ਸਕਦੀ ਹੈ ਜਾਂ ਨਹੀਂ ਆ ਸਕਦੀ? ਤੁਹਾਨੂੰ ਕੀ ਲੱਗਦਾ ਕਿ ਸਰਕਾਰ ਇਹ ਜਿਹੜੇ ਹੁਕਮ ਦਿੱਤੇ ਆ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਦਿੱਤੇ ਆ ਕਿ ਇਹਨੂੰ ਮੁਲਤਵੀ ਕੀਤਾ ਜਾਂ ਵਾਕਈ ਪਰਮਾਨੈਂਟ ਇਹ ਚਿੱਠੀ ਨੂੰ ਖਤਮ ਕਰ ਦਿੱਤਾ ਜਾਵੇਗਾ, ਜਾਂ ਫਿਰ ਇਹਦੇ ਤੇ ਵਾਕਈ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਪ੍ਰਸ਼ਾਸਨ ਔਰ ਸਰਕਾਰ ਦੇ ਵੱਲੋਂ? ਦੇਖੋ, ਕਦੇ ਵੀ ਕਿਸਾਨ ਧਰਨਾ ਨਹੀਂ ਲਾਉਂਦਾ ਹੁੰਦਾ, ਸਰਕਾਰਾਂ ਲਵਾਉਂਦੀਆਂ। ਜੇ ਪ੍ਰਸ਼ਾਸਨ ਨੂੰ ਐ ਲੱਗੂਗਾ ਧਰਨਾ ਲਵਾਉਣਾ ਤਾਂ ਉਹਨੂੰ ਚੁਕੱਤੇ ਦੀ ਫਿਰ ਡੇਟ ਰੱਖ ਦੇਣ, ਫਿਰ ਧਰਨਾ ਲੱਗ ਜਾਊਗਾ, ਫਿਰ ਜਿਹੜਾ ਅਸੀਂ ਆਵਾਂਗੇ। ਜੇ ਸਰਕਾਰ ਨੂੰ ਐਂ ਲੱਗੇਗਾ ਕਿ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ, ਕਿਸਾਨਾਂ ਦੇ ਹੱਕ ਬਣਦੇ ਇਹਨਾਂ ਨੂੰ ਦੇ ਦੇਣੇ ਚਾਹੀਦੇ ਆ, ਤੇ ਅਸੀਂ ਯਾਰ ਕਿਉਂ ਧਰਨਾ ਲਾਵਾਂਗੇ? ਜਦੋਂ ਲੋਕਾਂ ਦੇ ਜਿਹੜੇ ਵਾਅਦਕਾਰ ਉਹਨਾਂ ਨੂੰ ਮਾਲਕੀ ਹੱਕ ਮਿਲ ਗਏ ਸੀ, ਅਸੀਂ ਕਿਉਂ ਧਰਨਾ ਲਾਵਾਂਗੇ? ਜੇ ਸਰਕਾਰ ਚਾਹਵੇ, ਸਰਕਾਰ ਲਵਾਉਂਦੀ ਹੈ ਧਰਨਾ, ਕਿਸਾਨ ਕਦੇ ਆਪਣੇ ਆਪ ਧਰਨਾ ਨਹੀਂ ਲਾਉਂਦਾ। ਤੁਸੀਂ ਸਟਾਰਟਿੰਗ ਦੇ ਜ਼ਿਕਰ ਕੀਤਾ ਕਿ ਕੁਝ ਕੁ ਲੀਡਰਾਂ ਦੇ ਕਾਰਨ ਜਿਹੜਾ ਕੀ ਆ ਇਹ ਚਿੱਠੀ ਜਾਰੀ ਹੋਈ ਆ, ਵੀ ਉਹਨਾਂ ਵੱਲੋਂ ਸ਼ਾਇਦ ਕਰਵਾਈ ਗਈ ਹੋਵੇ, ਇਹ ਗੱਲ ਤੁਸੀਂ ਕਹੀ ਆ। ਕੀ ਲੱਗਦਾ ਉਹ ਕਿਹੜੇ ਲੀਡਰ ਹੋ ਸਕਦੇ ਆ ਫਿਰੋਜ਼ਪੁਰ ਦੇ? ਕੀ ਉਹਨਾਂ ਦਾ ਨਾਮ ਤੁਸੀਂ ਕੈਮਰੇ ਤੇ ਦੱਸੋਗੇ ਜਾਂ ਫਿਰ ਉਹ ਤੁਸੀਂ ਹਜੇ ਉਸ ਚੀਜ਼ ਨੂੰ ਨਹੀਂ ਦੱਸਣਾ ਚਾਹੁੰਦੇ? ਦੇਖੋ ਜੀ, ਇਹ ਅਸੀਂ ਤਾਂ ਉਸ ਲੀਡਰ ਦਾ ਘਰ ਵੀ ਸ਼ਾਇਦ ਚੁਣ ਲਿਆ ਸੀ। ਉਹ ਲੀਡਰ ਦੇ ਘਰ ਦੇ ਸ਼ਾਇਦ ਬਾਹਰ ਅਸੀਂ ਮਰਨ ਵਰਤ ਜਾਰੀ ਰੱਖਦੇ। ਸਰਕਾਰ ਨੇ ਸਾਨੂੰ ਮੀਟਿੰਗ ਦੇ ਦਿੱਤੀ, ਉਹਨਾਂ ਕਿਹਾ ਵੀ ਤੁਸੀਂ ਰੁਕ ਜਾਓ, ਜੋ ਇਹਦੇ ਬਰਖਲਾਫ ਸਬੂਤ ਹੈਗੇ ਆ ਸਾਨੂੰ ਦਿਓ, ਅਸੀਂ ਇਹਦੇ ਬਰਖਲਾਫ ਕਾਰਵਾਈ ਕਰਦੇ ਹਾਂ। ਅਸੀਂ ਦੇਖਦੇ ਹਾਂ ਸਰਕਾਰ ਨਹੀਂ ਕਰਦੀ ਤੇ ਫਿਰ ਕਰ ਲਾਂਗੇ। ਫਿਰ ਅਸੀਂ ਇੱਥੇ ਹੀ ਹਾਂ ਤੇ ਉਹ ਵੀ ਇੱਥੇ ਹੀ ਰਹਿਣਾ, ਉਹਨੇ ਕਿਹੜੇ ਭੱਜਣਾ। ਹਾਂ, ਅੱਛਾ, ਲੋਕ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਹੀ ਵਿਧਾਇਕ ਨੇ ਜਾਂ ਕੋਈ ਵੈਸੇ ਲੀਡਰ ਨੇ? ਕੋਈ ਨਹੀਂ, ਵਿਧਾਇਕ ਹੈ ਕੋਈ। ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਸਾਰੇ ਸਬੂਤ ਨੇ, ਜਿੱਥੋਂ ਸਰਕਾਰ ਨਹੀਂ ਭੱਜ ਸਕਦੀ, ਉਹਦਾ ਖਹਿੜਾ ਨਹੀਂ ਛੁੱਟ ਸਕਦਾ, ਉਹਨੂੰ ਸ਼ਾਇਦ ਸਰਕਾਰੀ ਰੋਟੀਆਂ ਦਾ ਇੰਤਜ਼ਾਮ ਕਰਨਾ ਪਏਗਾ। ਅੱਛਾ, ਇਹ ਜਿਹੜੀ ਚਿੱਠੀ ਦੇ ਵਿੱਚ ਤੁਹਾਡੇ ਜ਼ਿਲ੍ਹੇ ਤੋਂ ਸ਼ੁਰੂ ਕਰਨਾ ਸੀ ਫਿਰੋਜ਼ਪੁਰ ਤੋਂ, ਜਿਹੜੀਆਂ ਹੋਰ ਜ਼ਮੀਨਾਂ ਕੀਤੀਆਂ, ਕਿ ਉਹਨਾਂ ਸਾਰਿਆਂ ਲਈ ਹੁਕਮ ਜਾਰੀ ਕਰ ਦਿੱਤਾ ਜਾਂ ਸਿਰਫ ਤੁਹਾਡੀ ਬੋਲੀ ਨੂੰ ਹੀ ਇਕੱਲਾ ਮੁਲਤਵੀ ਕੀਤਾ? ਨਹੀਂ ਜੀ, ਨਹੀਂ, ਇਹ ਚਿੱਠੀ ਜਿਹੜੀ ਹੈ 4 ਜ਼ਿਲ੍ਹਿਆਂ ਦਾ ਆਲਰੇਡੀ ਜਿਹੜਾ ਇਹਦੇ ਵਿੱਚ ਨਾਮ ਪਾ ਦਿੱਤਾ ਗਿਆ ਤੇ ਹੋਰ ਜ਼ਮੀਨਾਂ ਪਾ ਦਿੱਤੀਆਂ ਗਈਆਂ, ਪੂਰੇ ਪੰਜਾਬ ਦੀਆਂ ਜ਼ਮੀਨਾਂ। ਸਰਕਾਰ ਕਿਤੇ ਨਾ ਕਿਤੇ ਪੈਰ ਜਮਾ ਕੇ ਦੇਖਦੀ ਹੈ ਕਿ ਹਾਂ ਜਥੇਬੰਦੀਆਂ ਸੁੱਤੀਆਂ ਜਾਂ ਜਾਗਦੀਆਂ। ਜਦੋਂ ਪਤਾ ਲੱਗਦਾ ਮਾੜਾ ਜਿਹਾ ਕਰੰਟ ਲੱਗਦਾ, ਸਰਕਾਰ ਉਸੇ ਦੇ ਪਿੱਛੇ ਹੋ ਜਾਂਦੀ ਹੈ, ਦੇਖਦੀ ਹੈ। ਜਿੱਦਣ ਕਿਸੇ ਤੋਂ ਕਿਸਾਨ ਦੀ ਮੂਵਮੈਂਟ ਨਾ ਉੱਠੇਗੀ, ਉੱਥੇ ਚੁਕੱਤੇ ਤੇ ਦੇਣਗੇ। ਫਿਰ ਇਸ ਕਰਕੇ ਅਸੀਂ ਕਦੇ ਵੀ ਅਸੀਂ ਆਪਣੀ ਜਾਨ ਦੇ ਦੇਵਾਂਗੇ, ਪਰ ਜ਼ਮੀਨ ਚੁਕੱਤੇ ਤੇ ਨਹੀਂ ਦੇਣ ਦੇਵਾਂਗੇ ਕਿਤੇ ਵੀ। ਸਾਡਾ ਜਿੰਨਾ ਬਾਰਡਰ ਬਿਲਟ ਏਰੀਆ ਪੂਰਾ ਵਾਅਦਕਾਰ ਹੈ, ਜਿੰਨਾ ਬਾਰਡਰ ਬਿਲਟ ਦੇ ਨਾਲ ਪਾਕਿਸਤਾਨ ਦੇ ਲੱਗਦੇ ਜ਼ਿਲ੍ਹੇ ਪੂਰੇ ਵਾਅਦਕਾਰ ਨੇ। ਇੱਕ ਜ਼ੀਰੋ ਲਾਈਨ ਤੋਂ ਲੈ ਕੇ 5, 7, 10 ਕਿਲੋਮੀਟਰ ਤੱਕ, ਕਿਤੇ 2, 4 ਕਿਲੋਮੀਟਰ, ਕਿਤੇ 5 ਜਾਂ ਕਿਤੇ 10 ਹੈ, ਇੱਦਾਂ ਕਰਕੇ ਪੂਰੇ ਆਬਾਦਕਾਰ ਹੈ। ਕਈਆਂ ਨੂੰ ਮਾਲਕੀ ਹੱਕ ਮਿਲੇ ਆ, ਤੁਸੀਂ ਕਈ ਜਿਨ੍ਹਾਂ ਨੇ ਮਾਲਕੀ ਹੱਕ ਲੈ ਕੇ ਉੱਤੇ ਲਿਮਟ ਆਲਰੇਡੀ ਜਿਹੜੀ ਇੰਤਕਾਲ ਉਹਨਾਂ ਦੇ ਨਾਮ ਹੈ। ਸਾਡੀਆਂ ਜਿਹੜੀ ਸਾਨੂੰ ਸਮੱਸਿਆ ਹੈ, ਸਾਨੂੰ ਇਹ ਸਮੱਸਿਆ ਹੈ ਕਿ 2018 ਦੇ ਵਿੱਚ 14 ਕਰੋੜ 28 ਲੱਖ ਰੁਪਈਆ ਕਿਸਾਨਾਂ ਦਾ ਖਰਾਬਾ ਆਉਂਦਾ ਹੈ। ਉਹ ਖਰਾਬੇ ਨੂੰ ਕਈਆਂ ਲੀਡਰਾਂ ਨੇ ਹੜੱਪਣ ਦੀ ਖਾਤਰ ਕਿਸਾਨਾਂ ਦੀਆਂ ਗਰਦੌਰੀਆਂ ਤੋੜਤੀਆਂ। ਹੁਣ ਜਦੋਂ ਗਰਦੌਰੀਆਂ ਟੁੱਟ ਗਈਆਂ ਤੇ ਉੱਥੇ ਸਰਕਾਰ ਬੋਲਦੀ, ਸੈਂਟਰ ਸਰਕਾਰ ਵਿੱਚ, ਉਹ ਮਾਲਖਾਨੇ ਦੇ ਵਿੱਚ, ਤੇ ਇਹਨਾਂ ਦਾ ਇਰਾਦਾ ਵੀ ਕਿ ਅਸੀਂ ਹੁਣ ਪਾਵਰ 'ਚ ਆਏ ਹਾਂ ਤੇ ਕਿਸੇ ਤਰ੍ਹਾਂ ਉਹ ਜ਼ਮੀਨਾਂ ਹੜੱਪ ਲਈਏ। ਕਿ ਮਨਸ਼ਾ ਗਲਤ ਹੈ ਲੋਕਲ ਐਮਐਲਏਆਂ ਦੀ ਕਿ ਕਿਸੇ ਤਰ੍ਹਾਂ ਜਿਹੜੇ ਆ ਉਹ ਤੇ ਜ਼ਮੀਨ 'ਤੇ ਕਬਜ਼ਾ ਕਰ ਲਈਏ। ਕਈ ਐਮਐਲਏਆਂ ਦੀ ਮਨਸ਼ਾ ਗਲਤ ਹੈ। ਫਿਰੋਜ਼ਪੁਰ 'ਚ ਗੱਲ ਕਰੀਏ ਤਾਂ ਸੰਬੰਧਿਤ 4 ਐਮਐਲਏ ਆ, ਇਹਨਾਂ 4 ਐਮਐਲਏਆਂ ਦਾ ਹੀ ਹੋ ਸਕਦਾ ਜਾਂ ਵਿੱਚੋਂ ਕੁਝ ਕੀ ਹੋਣਗੇ? ਨਹੀਂ, ਸਾਰੇ ਨਹੀਂ ਹੈ, 1-2 ਹੈਗੇ ਨੇ, ਉਹ ਵੇਖਦੇ ਆ। ਉਹ ਅਜੇ ਉਹ ਗੱਲ ਸਰਕਾਰ ਨਾਲ ਹੋ ਰਹੀ ਹੈ, ਕਿੱਦਾਂ ਦੀ ਕਰਦੀ ਸਰ ਡੱਲੇਵਾਲ ਸਾਹਿਬ ਉਹ ਕਰ ਰਹੇ ਆ। ਦੇਖੋ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਹਮਣੇ ਆਏਗੀ। ਬਿਲਕੁਲ। ਅੱਛਾ, ਮੁਲਤਵੀ ਕਰ ਦਿੱਤੀ ਗਈ ਆ, ਪੋਸਟਪੋਨ ਕਰ ਦਿੱਤੀ ਗਈ ਆ, ਕੀ ਕਹਿਣਾ ਚਾਹੋਗੇ ਤੁਸੀਂ? ਪ੍ਰਸ਼ਾਸਨ ਨਾਲ ਤੁਹਾਡੀ ਮੀਟਿੰਗ ਹੋ ਗਈ ਆ ਸਾਰੀ? ਕਿਉਂਕਿ ਸਾਡੇ ਕਿਸਾਨਾਂ ਵੱਲੋਂ, ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ, ਵਰਕਾਂ ਵੱਲੋਂ, ਇਕਾਈਆਂ ਪ੍ਰਧਾਨਾਂ ਵੱਲੋਂ, ਬਲਾਕ ਪ੍ਰਧਾਨਾਂ ਵੱਲੋਂ ਪੂਰੀ ਤਿਆਰੀ ਕੀਤੀ। ਜਿੱਥੇ ਅਸੀਂ 150 ਟਰਾਲੀ ਕਿਹਾ ਸੀਗਾ, ਵਰਕਾਂ ਵੱਲੋਂ ਸਾਨੂੰ 200 ਟਰਾਲੀ ਦਾ ਐਡਮਿਟ ਦਿੱਤਾ ਵੀ 200 ਟਰਾਲੀ ਸੀ ਲੈ ਕੇ ਆਵਾਂਗੇ। ਜਿਹੜੇ ਵਰਕਰ ਇੱਥੇ 1000 ਤੋਂ 2000 ਬੰਦਾ ਆਊਗਾ ਆਪਣਾ ਇੱਥੇ। ਉਸ ਦੇ ਰੋਹ ਨੂੰ ਵੇਖਦੇ ਆਇਆ ਸਰਕਾਰ ਨੂੰ ਪਿੱਛੇ ਹਟਣਾ ਪਿਆ।
ਜੋ ਸਰਕਾਰ ਪਿੱਛੇ ਜਿਹੜੀ ਜਦੋਂ ਕਹਿੰਦਾ ਵੀ ਅਸੀਂ ਕਿਸੇ ਬਾਦਕਰ ਜਾਂ ਦੇਸ਼ ਸ਼ਾਮਬੜ ਜਾਂ 2007 ਵਾਲੇ ਕਿਸਾਨ ਨੂੰ ਨਹੀਂ ਛੇੜਦੇ, ਜੇ 2007 ਆ ਜਾਂ ਬਾਦਕਰ ਆ ਦੇ ਆਪਣੇ ਦੇਸ਼ ਸ਼ਾਮਲ ਇਹਨਾਂ ਦੀ ਮੀਟਿੰਗ ਦੇਤੀ ਸਰਕਾਰ ਨੇ ਵੀ ਸਾਰੀ ਸਰਕਾਰ ਨਾਲ ਮੀਟਿੰਗ ਕਰਾ ਦਿੰਦੇ ਆ, ਆਉਣ ਸਮਝ ਵੀ ਤਰ੍ਹਾਂ ਜਲਦੀ ਹੱਲ ਕੀਤਾ ਜਾਊਗਾ। ਤੇ ਜਿਹੜੀ 74 ਜਿਹੜੀ ਜ਼ਮੀਨ ਨਹੀਂ ਸੀ ਉਹਦੇ ਤੋਂ ਨਾ ਪਿੱਛੇ ਹੋ ਗਏ ਵੀ ਅਸੀਂ ਬੋਲੀ ਨਹੀਂ ਕਰਾਉਂਦੇ, ਇਸ ਕਰਕੇ ਜਿਹੜਾ ਸਾਡਾ ਧਰਨਾ ਪੋਸਟਪੋਨ ਕੀਤਾ ਗਿਆ। ਤੇ ਇਹ ਜਿਹੜੀ ਜਿੱਤ ਹੈ ਇਸ ਗੁਰੂ ਰਾਮਦਾਸ ਜੀ ਫਿਰਕਾ ਨਾਲੇ ਲੋਕਾਂ ਦੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ, ਵਰਕਰ ਸਾਹਿਬਾਨਾਂ ਦੀਆਂ ਤੇ ਪ੍ਰੈਸ ਦੇ ਵੀਰਾਂ ਕਰਕੇ ਹੋਈ ਹੈ, ਤੇ ਪ੍ਰੈਸ ਦੇ ਵੀਰਾਂ ਕਰਕੇ ਹੋਈ। ਅੱਛਾ, ਕੀ ਕਹਿਣਾ ਚਾਹੋਗੇ ਜੀ ਤੁਸੀਂ ਇਸ ਬਾਰੇ? ਕਹਿਣਾ ਜੀ, ਜੋ ਸਰਕਾਰ ਨੇ ਬੋਲੀ ਮੁਲਤਵੀ ਕੀਤੀ ਆ, ਸਰਕਾਰ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜਿੰਨਾ ਜੋਸ਼ ਸਾਡੇ ਕਿਸਾਨਾਂ ਵਿੱਚ ਇਸ ਧਰਨੇ ਸੰਬੰਧੀ ਸੀ, ਉਸ ਜੋਸ਼ ਨੂੰ ਵੇਖਦਿਆਂ ਆ ਸਰਕਾਰ ਨੂੰ ਪਤਾ ਲੱਗ ਗਿਆ ਵੀ ਕਿਸਾਨ ਬਹੁਤ ਉਤਸ਼ਾਹ ਵਿੱਚ ਨੇ। ਤੇ ਜਿਹੜੀ ਅਸੀਂ ਤੇ 150 ਟਰਾਲੀ ਕਹੀ ਸੀ, ਟਰਾਲੀ ਸਾਨੂੰ ਘੱਟੋ ਘੱਟ 200-250 ਟਰਾਲੀ ਦਾ ਮੈਸੇਜ ਆ ਗਿਆ ਵੀ ਸਾਰੇ ਟਰਾਲੀਆਂ ਤਿਆਰ ਨੇ। ਤਰਨ ਤਾਰਨ ਤੋਂ ਲੈ ਕੇ ਅਬੋਹਰ ਫਾਜ਼ਿਲਕਾ ਤੱਕ ਬੜੇ ਦੂਰ ਦੂਰ ਮੈਸੇਜ ਆਏ ਵੀ ਸਾਰੇ ਲੋਕ ਤਿਆਰ ਆ। ਸਾਰੇ ਹੀ ਆਪਣੇ ਇਕਾਈ ਪ੍ਰਧਾਨਾਂ ਦਾ, ਜ਼ਿਲ੍ਹਾ ਪ੍ਰਧਾਨਾਂ ਦਾ, ਜਿੰਨੇ ਸਾਡੇ ਵਰਕਰ ਸਾਹਿਬਾਨ ਨੇ, ਜਿੰਨੇ ਪਿੰਡਾਂ ਦੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਇੰਨਾ ਮੂਵਮੈਂਟ ਵਿਖਾ ਕੇ ਤੇ ਸਰਕਾਰ ਨੂੰ ਝੁਕਣ ਵਾਸਤੇ ਮਜਬੂਰ ਕਰ ਦਿੱਤਾ ਤੇ ਇਸ ਬੋਲੀ ਨੂੰ ਮੁਲਤਵੀ ਕਰ ਦਿੱਤਾ। ਇਸ ਵਾਸਤੇ ਅਸੀਂ ਵੀ ਇਹ ਧਰਨਾ ਜਿਹੜਾ ਇੱਕ ਵਾਰੀ ਮੁਲਤਵੀ ਕਰ ਦਿੱਤਾ। ਜੇ ਸਰਕਾਰ ਕੋਈ ਨਵਾਂ ਐਕਸ਼ਨ ਲਊਗੀ, ਉਸ ਦੇ ਹਿਸਾਬ ਨਾਲ ਸਾਡਾ ਵੀ ਨਵਾਂ ਐਕਸ਼ਨ ਜਾਰੀ ਰਹੇਗਾ। ਬਿਲਕੁਲ, ਇਹਨਾਂ ਦੇ ਦੱਸਣ ਮੁਤਾਬਕ, ਯੂਨੀਅਨ ਦੇ ਆਗੂਆਂ ਦੇ ਦੱਸਣ ਮੁਤਾਬਕ ਕਿ ਅਸੀਂ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਉਸ ਧਰਨੇ ਨੂੰ ਨਹੀਂ ਲਾਵਾਂਗੇ, ਕਿਉਂਕਿ 10/7/2023 ਨੂੰ ਜਿਹੜੀ ਇੱਕ ਬੋਲੀ ਹੋਣ ਵਾਲੀ ਸੀ, ਕਰੀਬ 700 ਕਿੱਲੇ ਦੇ ਆਸ-ਪਾਸ ਜਿਹੜੀ ਜਗ੍ਹਾ ਉਹ ਬਣਦੀ ਆ, ਜੋ ਬਾਰਡਰ ਬੈਲਟ ਤੇ ਕਹਿ ਲਈਏ, ਬਾਰਡਰ ਦੇ ਨਾਲ ਨਾਲ ਲੱਗਦੇ, ਪਾਕਿਸਤਾਨ ਦੇ ਬਾਰਡਰ ਦੇ ਨਾਲ ਨਾਲ ਲੱਗਦੀ ਜਿਹੜੀ ਉਹ ਜ਼ਮੀਨ ਸੀ, ਉਹਦੀ ਜਿਹੜੀ ਬੋਲੀ ਰੱਖੀ ਗਈ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਫਿਰੋਜ਼ਪੁਰ ਪ੍ਰਸ਼ਾਸਨ ਦੇ ਵੱਲੋਂ। ਔਰ ਕਿਸਾਨਾਂ ਵੱਲੋਂ ਵੀ, ਜਿਹੜੀ ਜਥੇਬੰਦੀਆਂ ਵੱਲੋਂ ਵੀ ਜਿਹੜੀ ਇਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਨਾ ਸੀਗਾ 9 ਤਰੀਕ ਨੂੰ ਕਿਸੇ ਐਮਐਲਏ ਦੇ ਘਰ ਦੇ ਬਾਹਰ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ, ਉਹ ਕਰਨਾ ਸੀ, ਉਸ ਨੂੰ ਵੀ ਜਿਹੜਾ ਇਹਨਾਂ ਦੇ ਵੱਲੋਂ ਪੋਸਟਪੋਨ ਕਰ ਦਿੱਤਾ ਗਿਆ ਹੈ। ਔਰ ਇਹ ਕਹਿੰਦੇ ਆ ਕਿ ਅਗਰ ਸਰਕਾਰ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ, ਅਗਰ ਪ੍ਰਸ਼ਾਸਨ ਫਿਰ ਦੁਬਾਰਾ ਇਹ ਗੱਲ ਕਰਦਾ ਹੈ ਕਿ ਬਾਦਕਾਰਾਂ ਨੂੰ ਜ਼ਮੀਨਾਂ ਛੁਡਾ ਕੇ ਚੁਗੱਤੇ ਠੇਕੇ ਤੇ ਦੇਣ ਦੀ ਗੱਲ ਹੁੰਦੀ ਆ, ਤਾਂ ਅਸੀਂ ਫਿਰ ਵੀ ਕਿਤੇ ਨਾ ਕਿਤੇ ਵੱਡਾ ਸੰਘਰਸ਼ ਵਿੱਢ ਸਕਦੇ ਆ। ਜਾਣਕਾਰੀ ਜਿਹੜੀ ਦਿੱਤੀ ਉਹ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ। ਇਸ ਦੀ ਪੁਸ਼ਟੀ ਸਿਰਫ ਔਰ ਸਿਰਫ ਜਥੇਬੰਦੀਆਂ ਕਰਦੀਆਂ ਨੇ, ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ। ਅਸੀਂ ਸਿਰਫ ਔਰ ਸਿਰਫ ਸਾਡਾ ਮਕਸਦ ਇਸ ਆਵਾਜ਼ ਨੂੰ ਆਵਾਮ ਤੱਕ, ਸਰਕਾਰਾਂ ਤੱਕ, ਪ੍ਰਸ਼ਾਸਨ ਤੱਕ ਪਹੁੰਚਾਉਣਾ ਹੈ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁੱਖ।